ਡਿਊਟੀ ਟਾਈਮਿੰਗਸ ਤੁਸੀਂ ਕਿੰਨੀਆਂ ਪੁਸਤਕਾਂ ਲਿਖੀਆਂ ਤੇ ਉਸ ਤੋਂ ਬਾਅਦ ਕਿੰਨੀਆਂ ਲਿਖ ਚੁੱਕੇ ਹੋ ਜੀ? ਤਾਂ ਮੈਂ ਪੁਸਤਕ ਲਿਖਣੀ ਸ਼ੁਰੂ ਕੀਤੀ ਸੀ। ਉਸ ਵੇਲੇ ਮੈਂ 5 ਪੁਸਤਕਾਂ ਲਿਖੀਆਂ ਸੀ ਜੀ। ਲੇਕਿਨ ਰਿਟਾਇਰਮੈਂਟ ਤੋਂ ਬਾਅਦ ਮੈਂ 21 ਪੁਸਤਕਾਂ ਹੁਣ ਲਿਖ ਚੁੱਕਾ। ਕੀ ਕੁਝ ਕਰਨਾ ਚਾਹੁੰਦੇ ਹੋ ਜੀ? ਹੁਣ ਜਿਹੜਾ ਐਤਕੀ ਸਬਜੈਕਟ ਟੱਚ ਕਰ ਰਿਹਾ ਉਹ ਹੈਗਾ ਪੰਜਾਬ ਦੇ ਵਿਕਾਸ ਬਾਰੇ ਔਰ ਦੇਸ਼ ਦੇ ਵਿਕਾਸ ਬਾਰੇ। ਪਹਿਲੇ ਕੰਪੀਟੀਸ਼ਨ ਰੱਖਿਆ ਜਿਹਦਾ ਨਾਂ ਹੀ ਰੱਖਿਆ ਸੀ ਕਿ ਪੰਜਾਬ ਨੂੰ 1 ਨੰਬਰ ਸੂਬਾ ਕਿਵੇਂ ਬਣਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਹਰਦੀਪ ਕੌਰ। ਪ੍ਰੋਗਰਾਮ ਆਓ ਗੱਲਾਂ ਕਰੀਏ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਜਾਣਦੇ ਹੋ ਸਾਡਾ ਇਹ ਪ੍ਰੋਗਰਾਮ ਆਓ ਗੱਲਾਂ ਕਰੀਏ ਦੇ ਵਿੱਚ ਸਾਡਾ ਉਦੇਸ਼ ਰਹਿੰਦਾ ਹੈ ਕਿ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਜਾਵੇ ਅਤੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਜਾਣ ਕਿ ਉਹ ਗੱਲਾਂ ਜਿਹੜੀਆਂ ਸਾਡੇ ਸਮਾਜ ਨੂੰ ਇੱਕ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਵਿੱਚ ਸਹਾਈ ਸਿੱਧ ਹੋਣ। ਸੋ ਅੱਜ ਇੱਕ ਵਾਰ ਫਿਰ ਤੋਂ ਇੱਕ ਐਸੀ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਈ ਹਾਂ। ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਚਾਹਾਂਗੀ ਸਰਦਾਰ ਸੁਰਿੰਦਰਜੀਤ ਸਿੰਘ ਪੌਲ, ਜੋ ਕਿ ਬਤੌਰ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਰਿਟਾਇਰ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਦੇਣ ਹੈ, ਹੁਣ ਤੱਕ 26 ਪੁਸਤਕਾਂ ਜਿਹੜੀਆਂ ਨੇ ਲਿਖ ਚੁੱਕੇ ਨੇ ਵੱਖ-ਵੱਖ ਸਬਜੈਕਟਸ ਦੇ ਉੱਤੇ, ਅਤੇ ਖਾਸ ਤੌਰ ਤੇ ਗੱਲ ਕਰਾਂ ਤਾਂ ਸਿੱਖ ਸਮਾਜ ਨੂੰ ਸੇਧ ਦੇਣ ਦੇ ਲਈ ਬਹੁਤ ਸਾਰੀਆਂ ਪੁਸਤਕਾਂ ਇਹਨਾਂ ਵੱਲੋਂ ਲਿਖੀਆਂ ਗਈਆਂ। ਰਿਟਾਇਰਮੈਂਟ ਤੋਂ ਬਾਅਦ ਹੁਣ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨੇ। ਗੱਲਬਾਤ ਕਰਾਂਗੇ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਸ਼ਖਸੀਅਤ ਦੇ ਬਾਰੇ ਗੱਲ ਚੱਲਦੀ ਹੈ, ਕਿਉਂਕਿ ਲੰਬਾ ਸਮਾਂ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਸਮਾਜ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਦਿੱਤਾ, ਲਗਾਤਾਰ ਜਿਹੜੀ ਸੇਵਾ ਕੀਤੀ, ਤੇ ਉਸ ਤੋਂ ਬਾਅਦ ਮਨ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਜਿਹੜਾ ਸਮਾਜ ਸੇਵਾ ਦੇ ਵੱਲ ਜਾਣਾ ਹੈਗਾ? ਸਭ ਤੋਂ ਪਹਿਲਾਂ ਆਪਣੀ ਪਿਛਲੀ ਜਰਨੀ ਜਿਹੜੀ ਤੁਹਾਡੀ ਰਹੀ, ਜਦੋਂ ਬਤੌਰ ਇਨਕਮ ਟੈਕਸ ਕਮਿਸ਼ਨਰ ਜਿਹੜਾ ਕੰਮ ਕਰ ਰਹੇ ਸੀ, ਉਸ ਸਮੇਂ ਦੀ ਕੋਈ ਜਿਹੜੀ ਹੈਗੀ ਘਟਨਾ ਸਾਡੇ ਨਾਲ ਸਾਂਝੀ ਕਰੋ, ਅਤੇ ਕੀ ਵਾਕਈ ਤੁਸੀਂ ਇਸੇ ਹੀ ਪ੍ਰੋਫੈਸ਼ਨ ਦੇ ਵਿੱਚ ਜਾਣਾ ਚਾਹੁੰਦੇ ਸੀ ਜਾਂ ਮਨੋਰਥ ਕੁਝ ਹੋਰ ਸੀ? ਦੇਖੋ, ਇੰਡੀਆ ਦੇ ਵਿੱਚ ਜਿਹੜੇ ਬੰਦੇ ਸਰਵਿਸ 'ਚ ਜਾਣਾ ਚਾਹੁੰਦੇ ਨੇ ਉਹਨਾਂ ਲਈ ਸਭ ਤੋਂ ਵਧੀਆ ਸਰਵਿਸ ਗਿਣੀ ਜਾਂਦੀ ਹੈ ਕੋਈ ਐਡਮਿਨਿਸਟ੍ਰੇਟਿਵ ਸਰਵਿਸ 'ਚ ਜਾਣ ਜੀ। IAS ਐਂਡ ਅਲਾਈਡ ਸਰਵਿਸਿਜ਼ ਨੇ, ਉਹਦੇ ਲਈ ਕੰਪੀਟੀਸ਼ਨ ਹੁੰਦਾ ਹੈ, ਉਹ ਦੇਣਾ ਪੈਂਦਾ ਹੈ। ਤੋ ਮੇਰਾ ਪਹਿਲੇ ਤਾਂ ਕੋਈ ਖਿਆਲ ਨਹੀਂ ਸੀ। ਮੇਰੇ ਪਿਤਾ ਜੀ ਚਾਹੁੰਦੇ ਸੀ ਕਿ ਮੈਂ, ਕਿਉਂਕਿ ਉਹ ਟੀਚਿੰਗ 'ਚ ਸਨ, ਤੇ ਉਹ ਚਾਹੁੰਦੇ ਸੀ ਕਿ ਮੈਂ ਟੀਚਿੰਗ 'ਚ ਜਾਵਾਂ। ਪਰ ਜਦ ਮੈਂ MA ਆਪਣਾ ਕਲੀਅਰ ਕੀਤੀ, MA ਇੰਗਲਿਸ਼, ਤਾਂ ਮੈਂ ਦੇਖਿਆ ਕਿ ਕੰਪੀਟੀਸ਼ਨ ਵਗੈਰਾ ਹੁੰਦੇ ਨੇ। ਮੈਂ ਵੀ ਕੰਪੀਟੀਸ਼ਨ ਬੈਠਾ ਜੀ, ਤੇ ਮੈਂ ਕੰਪੀਟੀਸ਼ਨ ਬੈਠਾ ਤੇ ਮੈਂ ਸਿਲੈਕਟ ਹੋ ਗਿਆ ਤੇ ਮੈਨੂੰ ਇੰਡੀਅਨ ਰੈਵਨਿਊ ਸਰਵਿਸ ਅਲਾਟ ਹੋਈ ਜੀ। ਤਾਂ ਮੈਂ ਇੰਡੀਅਨ ਰੈਵਨਿਊ ਸਰਵਿਸ ਜਿਹੜੀ ਸੀ ਉਹ ਜੁਆਇਨ ਕਰ ਲਈ ਜੀ। ਇਹ 1970 ਦੇ ਵਿੱਚ ਜੀ। ਤੇ ਉਸ ਤੋਂ ਬਾਅਦ ਫਿਰ ਮੈਂ ਕਰੀਬਨ 36 ਸਾਲ ਉਹ ਸੇਵਾ ਨਿਭਾਈ ਹੈ, ਕਿਉਂਕਿ ਜਦ ਤੱਕ ਉਹਦਾ ਰਿਟਾਇਰ ਨਹੀਂ ਹੁੰਦਾ ਫਿਰ ਉਸ ਸੇਵਾ 'ਚ ਹੀ ਰਹਿੰਦਾ। ਤੇ ਉੱਦਾਂ ਤੇ ਜਿਹੜੇ ਬੰਦੇ ਸਰਵਿਸ ਚਾਹੁੰਦੇ ਨੇ, ਭਾਵੇਂ IAS ਹੋਵੇ, ਇੰਡੀਅਨ ਸਰਵਿਸ ਹੋਵੇ, ਪੁਲਿਸ ਸਰਵਿਸ ਕੋਈ ਵੀ ਹੋਵੇ, ਉਹ ਸਭ ਆਪਣੀ ਆਪਣੀ ਅਚੀਵਮੈਂਟ ਦੱਸਦੇ ਨੇ ਕਿ ਮੈਂ ਇਸ ਤਰ੍ਹਾਂ ਕੰਮ ਕੀਤਾ, ਉਹ ਕੀਤਾ। ਤੋ ਸਾਰਿਆਂ ਨੂੰ ਇੱਕੋ ਜਿਹੀਆਂ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਪਰ ਜਿਹੜੀ ਮੈਂ ਖਾਸ ਗੱਲ ਦੱਸਣੀ ਚਾਹਾਂਗਾ ਉਹ ਇਹ ਹੈ ਕਿ ਇਨਕਮ ਟੈਕਸ ਕਮਿਸ਼ਨਰ ਹੋਣ ਦੇ ਨਾਤੇ ਮੈਂ ਪਹਿਲੀ ਵਾਰ ਪੰਜਾਬੀ ਦੇ ਵਿੱਚ ਇਨਕਮ ਟੈਕਸ ਲਾਅ ਉੱਤੇ ਕਿਤਾਬ ਲਿਖੀ ਜੀ। ਕਿਉਂਕਿ ਇਨਕਮ ਟੈਕਸ ਕਾਨੂੰਨ ਦੇ ਉੱਤੇ ਪੰਜਾਬੀ ਦੇ ਵਿੱਚ ਕੀ, ਹਿੰਦੀ ਔਰ ਇੰਗਲਿਸ਼ ਨੂੰ ਛੱਡ ਕੇ ਕਿਸੇ ਵੀ ਭਾਸ਼ਾ ਦੇ ਉੱਤੇ ਕਿਤਾਬ ਨਹੀਂ ਸੀਗੀ ਜੀ। ਤਾਂ ਮੈਂ ਕਿਉਂਕਿ ਅੰਮ੍ਰਿਤਸਰ ਪੋਸਟਡ ਸੀ ਤੇ ਮੈਂ ਸੋਚਿਆ ਜੇ ਮੈਂ ਪੰਜਾਬੀ ਲਿਖਾਂਗਾ ਤੇ ਉਹਦੇ ਨਾਲ ਲੋਕਾਂ ਨੂੰ ਪੜ੍ਹਨ ਦੇ ਵਿੱਚ, ਕਾਨੂੰਨ ਸਮਝਣ ਵਿੱਚ ਆਸਾਨੀ ਰਹੇਗੀ। ਔਰ ਮੈਂ ਉਹਨੂੰ ਆਸਾਨ ਢੰਗ ਦੇ ਨਾਲ ਕਿ ਆਮਦਨ ਕਰ ਕਾਨੂੰਨ ਕੀ ਹੈ, ਤਾਂ ਆਮਦਨ ਕਰ ਕਾਨੂੰਨ ਦੀ ਜਾਣਕਾਰੀ ਦੇਣ ਲਈ ਇੱਕ ਪੁਸਤਕ ਲਿਖੀ ਜਿਹੜੀ ਕਿ ਬਹੁਤ ਹੀ ਲੋਕਾਂ ਦੇ ਵਿੱਚ ਪਾਪੂਲਰ ਹੋਈ। ਔਰ ਉਹਦਾ ਮੈਨੂੰ ਵੀ ਫਾਇਦਾ ਹੋਇਆ ਕਿਉਂਕਿ ਉਹਦਾ ਰੈਵਨਿਊ ਵਧਿਆ। ਲੋਕਾਂ ਨੂੰ ਸਮਝ ਆ ਗਈ ਕਿ ਟੈਕਸ ਦੇਣਾ ਜਿਹੜਾ ਬੜਾ ਜ਼ਰੂਰੀ ਹੈ। ਦੇਸ਼ ਦੀ ਤਰੱਕੀ ਦੇ ਲਈ ਟੈਕਸ ਦੇਣਾ ਜਿਹੜਾ ਹੈ ਉਹ ਹਰ ਇੱਕ ਦਾ ਫਰਜ਼ ਵੀ ਹੈ ਔਰ ਜ਼ਿੰਮੇਵਾਰੀ ਹੈ, ਔਰ ਇਸ ਕਰਕੇ ਕੋਈ ਇਹਦੇ ਬਿਨਾਂ ਤਰੱਕੀ ਹੋ ਨਹੀਂ ਸਕਦੀ ਜੀ। ਜ਼ਿਆਦਾਤਰ ਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਇਨਕਮ ਟੈਕਸ ਦੀ ਗੱਲ ਚੱਲਦੀ ਹੈ ਤੇ ਜ਼ਿਆਦਾਤਰ ਸਾਡੇ ਜਿਹੜੇ ਲੋਕ ਨੇ ਟੈਕਸ ਭਰਨ ਤੋਂ ਗੁਰੇਜ਼ ਕਰਦੇ ਨੇ। ਬਹੁਤ ਸਾਰੀ ਟੈਕਸ ਦੀ ਜਿਹੜੀ ਕਿ ਚੋਰੀ ਵੀ ਹੁੰਦੀ ਆ। ਕੀ ਤੁਹਾਡੇ ਸਮੇਂ ਦੇ ਦੌਰਾਨ ਜਦੋਂ ਤੁਸੀਂ ਸੇਵਾ ਦੇ ਵਿੱਚ ਸੀ, ਬਤੌਰ ਕਮਿਸ਼ਨਰ ਕੰਮ ਕਰ ਰਹੇ ਸੀ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਤੁਹਾਡੇ ਸਾਹਮਣੇ ਆਈਆਂ? ਕੋਈ ਮੁੱਖ ਜਿਹੜੀ ਤੌਰ ਤੇ ਉਸ ਸਮੇਂ ਕੋਈ ਘਟਨਾ ਵਾਪਰੀ ਹੋਵੇ ਤੇ ਤੁਸੀਂ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਹੈਗਾ ਵਾਕਈ ਉਹਨਾਂ ਨੂੰ ਸਮਾਜ ਦੇ ਸਾਹਮਣੇ ਜਿਹੜਾ ਇਹੋ ਜਿਹੇ ਲੋਕਾਂ ਦਾ ਜਿਹੜਾ ਚਿਹਰਾ ਨੰਗਾ ਕੀਤਾ ਹੋਵੇ, ਕੋਈ ਘਟਨਾ ਦਾ ਜ਼ਿਕਰ ਕਰੋ। ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੇ ਟੈਕਸ ਨੂੰ ਬਚਾਉਣਾ ਔਰ ਟੈਕਸ ਨੂੰ ਨਾ ਦੇਣਾ ਦੋਨਾਂ 'ਚ ਫਰਕ ਹੈ ਜੀ। ਟੈਕਸ ਬਚਾਉਣ ਸਕੀਮ ਉਹ ਹੁੰਦੀ ਹੈ ਜਿਹੜੀ ਕਾਨੂੰਨ ਦੇ ਦੌਰੇ 'ਚ ਰਹਿ ਕੇ ਤੁਸੀਂ ਟੈਕਸ ਨੂੰ ਬਚਾ ਸਕਦੇ ਹੋ। ਜੋ ਕਾਨੂੰਨ ਦੇ ਵਿੱਚ ਇਹੋ ਜਿਹੀਆਂ ਕਈ ਸਕੀਮਾਂ ਨੇ, ਕਈ ਤੁਹਾਨੂੰ ਦਿੱਤੀਆਂ ਹੋਈਆਂ ਨੇ ਫੈਸਿਲਿਟੀ ਕਿ ਅਗਰ ਤੁਸੀਂ ਇੱਥੇ ਇਨਵੈਸਟ ਕਰੋ, ਇੱਦਾਂ ਕਰੋ ਤਾਂ ਟੈਕਸ ਬਚ ਸਕਦਾ ਹੈ ਜੀ। ਲੇਕਿਨ ਜੇ ਕਾਨੂੰਨ ਛੁਪਾਉਂਦੇ ਨੇ, ਮਤਲਬ ਜਿਹੜੀ ਆਮਦਨ ਨੂੰ ਦਿਖਾਉਣਾ ਹੀ ਨਹੀਂ ਔਰ ਉੱਤੇ ਟੈਕਸ ਦੇਣਾ ਨਹੀਂ, ਉਹਨੂੰ ਕਹਿੰਦੇ ਨੇ ਟੈਕਸ ਨੂੰ ਛੁਪਾਉਣਾ। ਆਮਦਨ ਨੂੰ ਛੁਪਾਉਣਾ, ਟੈਕਸ ਨਾ ਦੇਣਾ ਜੀ। ਇਹ ਰਵਾਇਤ ਜਿਹੜੀ ਕੋਈ ਅੱਜ ਦੀ ਨਹੀਂ ਹੈ, ਸਦੀਆਂ ਪੁਰਾਣੀ ਹੈ ਜੀ। ਇਹ ਰਾਜਾ ਮਹਾਰਾਜਾ ਵੇਲੇ ਵੀ ਲੋਕੀ ਕਈ ਟੈਕਸ ਬਚਾਉਂਦੇ ਸੀ, ਛੁਪਾਉਂਦੇ ਸੀ, ਤਾਂ ਚਲਦੀ ਆ ਰਹੀ ਹੈ।
ਤਾਂ ਮੇਰੇ ਵੇਲੇ ਵੀ ਜਦੋਂ ਟੈਕਸ ਚੁਕਾਉਂਦੇ ਨੇ ਬੜੇ ਕੇਸ ਹੋਏ ਹੋਣਗੇ, ਹੁੰਦੇ ਵੀ ਨੇ, ਅੱਜ ਵੀ ਹੋ ਰਹੇ ਨੇ। ਤਾਂ ਮੈਂ ਕਿਸੇ ਖਾਸ ਇੱਦਾਂ ਘਟਨਾ ਦਾ ਜ਼ਿਕਰ ਨਹੀਂ ਕਰ ਸਕਦਾ ਕਿ ਵੀ ਇੱਦਾਂ ਹੋਇਆ, ਲੇਕਿਨ ਮੈਂ ਕਿਉਂਕਿ ਸਰਚ ਵਿੱਚ ਵੀ ਰਿਹਾ, ਸਰਚ ਐਂਡ ਸੀਜ਼ਰ 'ਚ, ਔਰ ਬਹੁਤ ਸਾਰੀਆਂ ਅਸੀਂ ਸਰਚਿਸ ਕੀਤੀਆਂ ਤੇ ਕਈ ਲੋਕਾਂ ਦੇ ਕੇਸ ਫੜੇ ਗਏ, ਔਰ ਬਹੁਤ ਸਾਰੇ ਜਿਹੜੇ ਅਸੀਂ ਉਹਨਾਂ ਨੂੰ ਜਿਹੜੇ ਟੈਕਸ ਵਜਨ ਦੇ ਕੇਸ ਸੀਗੇ ਉਹਨਾਂ ਨੂੰ ਜੇ ਟੈਕਸ ਜਿਹੜਾ ਸੀ ਦੇਣ ਦੇ ਲਈ ਮਜਬੂਰ ਹੋਣਾ ਪਿਆ। ਫਿਰ ਜਿਸ ਤਰ੍ਹਾਂ ਮੇਰਾ ਸਵਾਲ ਮਤਲਬ ਜਿੱਦਾਂ ਦੱਸਿਆ ਕਿ ਮੈਂ ਪੁਸਤਕ ਲਿਖੀ ਸੀ, ਉਹਦਾ ਮਤਲਬ ਸੀ ਕਿ ਵੀ ਜਦ ਤੱਕ ਲੋਕਾਂ ਨੂੰ ਅਵੇਅਰ ਨਹੀਂ ਕਰਾਂਗੇ, ਕਿਉਂਕਿ ਮੇਰਾ ਐਟੀਟਿਊਡ ਇਹ ਸੀਗਾ ਕਿ ਲੋਕਾਂ ਨੂੰ ਅਸੀਂ ਨਾਲ ਜੋੜ ਕੇ ਉਹਨਾਂ ਨੂੰ ਸਮਝਾ ਕੇ ਕਨਵਿੰਸ ਕਰਕੇ ਕਿ ਟੈਕਸ ਦੇਣਾ ਕਿਉਂ ਜ਼ਰੂਰੀ ਹੈ, ਤਾਂ ਟੈਕਸ ਲਿਆ ਜਾਵੇ, ਬਜਾਏ ਕਿ ਉਹਨਾਂ ਨੂੰ ਡਰਾ ਕੇ, ਕਿਉਂਕਿ ਜੇ ਡਰਾਵਾਂਗੇ ਤਾਂ ਫਿਰ ਤੋਂ ਐਕਸਪਲੋਇਟੇਸ਼ਨ ਵੀ ਹੋ ਜਾਂਦੀ ਹੈ, ਉਹ ਮੈਨੂੰ ਨਹੀਂ ਚੰਗਾ ਲੱਗਦਾ ਤੇ ਉਹ ਵੀ ਨਹੀਂ ਸੀ ਚੰਗਾ ਲੱਗਦਾ। ਤੇ ਮੈਂ ਲੋਕਾਂ ਨੂੰ ਆਮ ਕਈ ਜਗ੍ਹਾ ਮੈਂ ਭਾਸ਼ਣ ਦਿੰਦਾ ਸੀ, ਨਿਊਜ਼ ਪੇਪਰ ਜਿਹੜੇ ਆਰਟੀਕਲ ਛਪਦੇ ਸਨ, ਦੱਸਦਾ ਸੀ ਮੈਂ ਕਿ ਵੀ ਜਿਹੜਾ ਕਾਨੂੰਨ ਦੇ ਹੈ ਤੇ ਤੁਹਾਨੂੰ ਟੈਕਸ ਜਿਹੜਾ ਦੇਣਾ ਜ਼ਰੂਰ ਚਾਹੀਦਾ ਹੈ। ਜੇ ਤੁਸੀਂ ਟੈਕਸ ਨੂੰ ਘਟਾਉਣਾ ਹੈ ਤੇ ਤੁਸੀਂ ਲੀਗਲ ਤਰੀਕੇ ਨਾਲ ਘਟਾ ਸਕਦੇ ਹੋ, ਉਹਦੇ ਲਈ ਤੁਸੀਂ ਐਡਵਾਈਸ ਲੈ ਸਕਦੇ ਹੋ ਜੀ, ਪ੍ਰੋਪਰ ਐਡਵਾਈਸ। ਤੇ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਸਨ, ਮੈਂ ਬੜੇ ਗਰੁੱਪ 'ਚ ਜਾਂਦਾ ਸੀ, ਕਦੀ ਡਾਕਟਰ ਗਰੁੱਪ, ਕਦੀ ਬੈਂਕਰ ਗਰੁੱਪ, ਤੇ ਉੱਥੇ ਜਾ ਕੇ ਲੋਕਾਂ ਨੂੰ ਸਮਝਾਉਂਦਾ ਸੀ। ਕਦੀ ਮੈਂ ਰੋਟਰੀ ਦੇ ਕਲੱਬ ਚਲੇ ਗਏ, ਕਦੀ ਕਿਤੇ ਚਲੇ ਗਏ, ਤੇ ਲੋਕਾਂ ਨੂੰ ਸਮਝਾਉਣ ਦੇ ਲਈ ਮੈਂ ਬਹੁਤ ਸਾਰੀ ਮੀਟਿੰਗ ਕਰਦਾ ਰਿਹਾ, ਅਵੇਅਰਨੈਸ ਕ੍ਰੀਏਟ ਕਰਦਾ ਰਿਹਾ। ਤਾਂ ਮੈਂ ਸੋਚਦਾ ਕਿ ਅਚੀਵਮੈਂਟ ਇਹ ਹੈ ਕਿ ਵੀ ਮੈਂ ਅਵੇਅਰਨੈਸ ਕ੍ਰੀਏਟ ਕਰਨ ਵਿੱਚ ਬਹੁਤ ਜਿਹੜਾ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰਨ ਵਿੱਚ ਬਹੁਤ ਕੰਮ ਕੀਤਾ, ਔਰ ਖਾਸ ਕਰਕੇ ਜਿਹੜੀ ਪੁਸਤਕ ਦਾ ਜ਼ਿਕਰ ਹੈ, ਕਿਉਂਕਿ ਇੱਦਾਂ ਸਾਰੇ ਕਹਿਣਗੇ ਜਿਵੇਂ ਮੈਂ ਵੀ ਕੀਤਾ ਸੀ, ਲੇਕਿਨ ਪੁਸਤਕ ਹੋਰ ਕਿਸੇ ਨੇ ਲਿਖੀ ਨਹੀਂ, ਇਸ ਕਰਕੇ ਮੇਰੀ ਯੂਨੀਕ ਅਚੀਵਮੈਂਟ ਹੈ ਜੀ। ਤੇ ਇਹਦੇ ਨਾਲ ਸਰ ਜਿਹੜੀ ਇਹ ਪੁਸਤਕ ਤੁਸੀਂ ਲਿਖੀ ਸੀ, ਇਹਦਾ ਨਾਮ ਕੀ, ਔਰ ਕੀ ਇਹ ਤੁਹਾਡੀ ਪਹਿਲੀ ਪੁਸਤਕ ਸੀ, ਕਿਉਂਕਿ ਤੁਹਾਡੇ ਵੱਲੋਂ ਤਾਂ 26 ਜਿਹੜੀਆਂ ਪੁਸਤਕਾਂ ਜਿਹੜੀਆਂ ਲਿਖੀਆਂ ਗਈਆਂ ਨੇ? ਨਹੀਂ, ਇਹ ਮੇਰੀ ਪਹਿਲੀ ਪੁਸਤਕ ਨਹੀਂ ਸੀ। ਇਹਦਾ ਨਾਮ ਸੀ ਭਾਰਤ ਦਾ ਆਮਦਨ ਕਰ ਕਾਨੂੰਨ, ਲੇਕਿਨ ਮੇਰੀ ਇਹ ਚੌਥੀ ਪੰਜਵੀਂ ਪੁਸਤਕ ਸੀ, ਕਿਉਂਕਿ ਮੈਂ ਐਜ਼ ਕਮਿਸ਼ਨਰ ਹੀ ਪੁਸਤਕਾਂ ਲਿਖਣੀ ਸ਼ੁਰੂ ਕਰਤੀਆਂ ਸੀ। ਮੈਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਕ ਰਿਹਾ, ਤੇ ਜਦ ਮੈਂ ਆਪਣੇ ਕੈਰੀਅਰ ਦੇ ਵਿੱਚ ਵੀ ਵੈਸੇ ਮੈਂ ਇੰਗਲਿਸ਼ ਕਰਕੇ IAS 'ਚ ਅਪੀਅਰ ਹੋਇਆ ਸੀ, ਲੇਕਿਨ ਉਹ ਮੈਂ LLB ਕੀਤੀ, ਫਿਰ ਮੈਂ MA ਹਿਸਟਰੀ ਕੀਤੀ, MA ਪੰਜਾਬੀ ਕੀਤੀ, ਤਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਥੋੜ੍ਹਾ ਸਟੱਡੀ ਕਰ ਸਕਾਂ, ਕਿਉਂਕਿ ਪੰਜਾਬੀ ਮੇਰਾ ਮੀਡੀਅਮ ਨਹੀਂ ਸੀ ਕਰੀ। ਔਰ ਜਦੋਂ ਮੈਂ ਪੰਜਾਬੀ ਕੀਤੀ, ਫਿਰ ਉਹ ਤੋਂ ਮੇਰਾ ਦਿਲ ਕੀਤਾ ਕਿ ਮੈਂ PhD ਕਰ ਲਵਾਂ ਜੀ। ਤਾਂ PhD ਕਰਨ ਦੇ ਲਈ ਫਿਰ ਮੈਨੂੰ ਗਵਰਨਮੈਂਟ ਤੋਂ ਪਰਮਿਸ਼ਨ ਨਹੀਂ ਮਿਲੀ, ਕਿਉਂਕਿ ਉਸ ਵੇਲੇ ਮੈਂ ਹੈਡ ਆਫ ਡਿਪਾਰਟਮੈਂਟ ਬਣ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਚਲੋ PhD ਨਹੀਂ ਤੇ ਫਿਰ ਇਹਨੂੰ ਲਿਖਣਾ ਸ਼ੁਰੂ ਕਰ ਦਿੰਦੇ ਹਾਂ। ਤੇ ਮੈਂ ਕਿਤਾਬਾਂ ਲਿਖਣੀ ਸ਼ੁਰੂ ਕਰਤੀਆਂ। ਤੇ ਮੇਰੀ ਪਹਿਲੀ ਪੁਸਤਕ ਸੀਗੀ ਗੁਰੂ ਤੇ ਗੁਰਬਾਣੀ ਜੀ, ਔਰ ਇੰਗਲਿਸ਼ ਵੀ ਸੀਗੀ ਉਹ ਮਾਸਟਰ ਐਂਡ ਦ ਵਰਡ ਡਿਵਾਈਨ। ਲੇਕਿਨ ਉਹਦੇ ਦੌਰਾਨ ਜਦੋਂ ਮੈਂ ਦੇਖਿਆ ਕਿ ਲੋਕਾਂ ਨੂੰ ਆਮਦਨ ਕਰ ਕਾਨੂੰਨ ਸਮਝਾਉਣ ਦੀ ਜ਼ਰੂਰਤ ਹੈ, ਤੇ ਇਹਨਾਂ ਨੂੰ ਆਮਦਨ ਕਰ ਤੇ ਕਾਨੂੰਨ ਤੇ ਵੀ ਇੱਕ ਕਿਤਾਬ ਲਿਖੀ ਜਾਏ, ਤਾਂ ਮੈਂ ਕਿਤਾਬ ਲਿਖੀ ਜੀ। ਸੋ ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ ਦੇ ਨਾਲ, ਜਿਹੜੇ ਕਿ ਲਗਾਤਾਰ ਆਪਣੇ ਜੀਵਨ ਦਾ ਜਿਹੜਾ ਉਹਨਾਂ ਦਾ ਸਫ਼ਰ ਹੈ ਕਿਸ ਤਰੀਕੇ ਦੇ ਨਾਲ ਰਿਹਾ, ਕਿਵੇਂ ਜਿਹੜਾ ਉਹ ਪੁਸਤਕਾਂ ਲਿਖਣ ਦੇ ਵੱਲ ਜਿਹੜੇ ਨੇ ਪ੍ਰੇਰਿਤ ਹੋਏ, ਕਿਵੇਂ ਸਮਾਜ ਸੇਵਾ ਦੇ ਵੱਲ ਪ੍ਰੇਰਿਤ ਹੋਏ, ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਉਹਨਾਂ ਦੇ ਨਾਲ ਕਰਨੀਆਂ ਨੇ। ਪਰ ਵਕਤ ਹੈ ਕਮਰਸ਼ੀਅਲ ਬ੍ਰੇਕ ਦਾ, ਸੋ ਅਸੀਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਕਈ ਵਾਰੀ ਸੋਚਣ ਲਈ ਇਨਸਾਨ ਮਜਬੂਰ ਹੋ ਜਾਂਦਾ ਹੈ ਕਿ ਇੱਕ ਜਿਹੜਾ ਇਨਸਾਨ ਹੈ ਕਮਿਸ਼ਨਰ ਲੈਵਲ ਦੇ ਜਿਹੜੇ ਕਿ ਅਹੁਦੇ ਦੇ ਉੱਤੇ ਤਾਇਨਾਤ ਹੋਵੇ, ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਨੇ, ਪਰ ਅਜਿਹੇ ਦੇ ਵਿੱਚ ਵੀ ਜਿਹੜੀ ਰੁਚੀ ਆ ਪੁਸਤਕਾਂ ਲਿਖਣ ਦੇ ਵੱਲ ਹੋਵੇ, ਸਾਹਿਤ ਪੜ੍ਹਨ ਦੇ ਵਿੱਚ ਹੋਵੇ, ਥੋੜਾ ਜਿਹਾ ਔਖਾ ਲੱਗਦਾ ਹੈ। ਟਾਈਮ ਮੈਨੇਜਮੈਂਟ ਕਿਉਂਕਿ ਬੜੀ ਜ਼ਰੂਰੀ ਹੋ ਜਾਂਦੀ ਹੈ। ਗੱਲਬਾਤ ਕਰਾਂਗੇ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਸਰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਰਹੀਆਂ ਨੇ, ਇਹਨਾਂ ਦੇ ਟਾਈਮ ਮੈਨੇਜਮੈਂਟ ਕਿਵੇਂ ਬਿਠਾਇਆ, ਕਿਉਂਕਿ ਜਦੋਂ ਐਡੇ ਵੱਡੇ ਅਹੁਦੇ ਦੇ ਉੱਤੇ ਇਨਸਾਨ ਕੰਮ ਕਰਦਾ ਹੈ ਤਾਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਦੇਖੋ, ਜ਼ਿੰਮੇਵਾਰੀਆਂ ਤੇ ਸਿਰਫ ਐਡੇ ਵੱਡੇ ਅਹੁਦੇ ਤੇ ਨਹੀਂ ਹੁੰਦੀਆਂ, ਹਰ ਇੱਕ ਤੇ ਹੁੰਦੀਆਂ ਨੇ। ਇਵਨ ਦੇਖੋ ਹਾਊਸ ਵਾਈਫ ਤੇ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੀ। ਜ਼ਿੰਮੇਵਾਰੀਆਂ ਜੋ ਟਾਈਮ ਕੱਢਣਾ ਔਰ ਆਪਣੇ ਸ਼ੌਕ ਦੇ ਵੱਲ ਟਾਈਮ ਜਿਹੜਾ ਬਿਤਾਉਣਾ, ਆਪਣੇ ਫੈਮਿਲੀ ਨੂੰ ਅੱਛਾ ਟਾਈਮ ਦੇਣਾ, ਠੀਕ ਹੈ ਨਾ, ਫਰੈਂਡ ਸਰਕਲ ਦੇ ਵਿੱਚ ਟਾਈਮ ਦੇਣਾ, ਇਹਨੂੰ ਕਹਿੰਦੇ ਨੇ ਟਾਈਮ ਮੈਨੇਜਮੈਂਟ ਜੀ। ਤਾਂ ਟਾਈਮ ਮੈਨੇਜਮੈਂਟ ਹੀ ਹੁੰਦਾ। ਤੇ ਇਸ ਕਰਕੇ ਮੈਂ ਇਹ ਸਾਰੀਆਂ ਚੀਜ਼ਾਂ ਵੱਲੋਂ ਆਪਣੇ ਆਪ ਨੂੰ ਤਿਆਰ ਰੱਖਦਾ ਸੀ ਕਿ ਕਿੱਦਾਂ ਮੈਂ ਟਾਈਮ ਸਿਰ ਆਪਣੇ ਘਰ ਵੀ ਆਉਣਾ ਹੈ, ਆਪਣੀ ਵਾਈਫ ਨੂੰ, ਬੱਚਿਆਂ ਨੂੰ ਵੀ ਦੇਖਣਾ ਹੈ, ਉਹਨਾਂ ਨੂੰ ਪੜ੍ਹਨਾ ਹੁੰਦਾ ਹੈ, ਉਹਨਾਂ ਨੂੰ ਗਾਈਡ ਕਰਨਾ ਹੁੰਦਾ ਹੈ, ਔਰ ਸੁਸਾਇਟੀ ਨੂੰ ਵੀ ਟਾਈਮ ਦੇਣਾ ਚਾਹੀਦਾ ਹੈ। ਤਾਂ ਸੁਸਾਇਟੀ ਨੂੰ ਟਾਈਮ ਦੇਣ ਲਈ ਕੀ ਹੁੰਦਾ ਹੈ ਕਿ ਸੁਸਾਇਟੀ ਡਿਮਾਂਡ ਕਰਦੀ ਹੈ ਕਿ ਤੁਸੀਂ ਕੁਝ ਚੀਜ਼ਾਂ ਉਹਨਾਂ ਲਈ ਕਰੋ, ਉਹਨਾਂ ਦੀ ਸੇਵਾ ਕਰੋ। ਉਹਦੇ ਲਈ ਟਾਈਮ ਉਸ ਵੇਲੇ ਘੱਟ ਮਿਲਦਾ ਹੈ, ਪਰ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਫਿਰ ਉਹ ਕੋਲ ਟਾਈਮ ਹੁੰਦਾ ਕਾਫੀ, ਫਿਰ ਉਹ ਜ਼ਿਆਦਾ ਕਰ ਸਕਦਾ। ਤਾਂ ਇਸ ਕਰਕੇ ਮੈਂ ਉਦੋਂ ਵੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਜੋ ਕੰਮ ਸੁਸਾਇਟੀ ਲਈ ਵੀ ਹੋ ਸਕਦਾ ਥੋੜ੍ਹਾ ਟਾਈਮ ਕੱਢਿਆ ਜਾਵੇ, ਔਰ ਫੈਮਿਲੀ ਲਈ ਵੀ ਟਾਈਮ ਕੱਢਿਆ ਜਾਵੇ। ਔਰ ਪੜ੍ਹਨ ਦਾ ਕਿਉਂਕਿ ਮੈਨੂੰ ਸ਼ੌਕ ਸੀ, ਤਾਂ ਇਹਦੀ ਮੇਰੀ ਹੌਬੀ ਹੈ। ਤੇ ਜਦੋਂ ਵੀ ਮੈਂ ਟਾਈਮ ਮੈਨੂੰ ਮਿਲੇਗਾ, ਲਾਈਏ ਟਾਈਮ ਹੋਏਗਾ, ਤੇ ਮੈਂ ਉਹਨੂੰ ਪੜ੍ਹਾਂਗਾ, ਲਿਖਾਂਗਾ, ਕੁਝ ਲਿਖਾਂਗਾ, ਕੁਝ ਪੜ੍ਹਾਂਗਾ। ਤੇ ਉਹ ਮੇਰਾ ਸ਼ੌਕ ਰਿਹਾ।
ਜੀ ਇਸ ਕਰਕੇ ਮੈਂ ਉਹ ਕਰਦਾ ਸੀ। ਜੀ ਸਰ, ਤੁਹਾਡੀ ਰਿਟਾਇਰਮੈਂਟ ਕਦੋਂ ਹੋਈ ਔਰ ਡਿਊਰਿੰਗ ਡਿਊਟੀ ਟਾਈਮਿੰਗਸ ਤੁਸੀਂ ਕਿੰਨੀਆਂ ਪੁਸਤਕਾਂ ਲਿਖੀਆਂ ਤੇ ਉਸ ਤੋਂ ਬਾਅਦ ਕਿੰਨੀਆਂ ਲਿਖ ਚੁੱਕੇ ਹੋ? ਮੈਨੂੰ ਹੁਣ ਰਿਟਾਇਰ ਹੋਏ ਨੂੰ ਕਰੀਬਨ 16 ਸਾਲ ਹੋ ਗਏ ਜੀ। 17 ਸਾਲ ਤੇ ਰਿਟਾਇਰਮੈਂਟ ਪਹਿਲੇ ਕੋਈ ਟਾਈਮ ਘੱਟ ਮਿਲਦਾ ਸੀ ਔਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਪੜ੍ਹਦਾ ਰਿਹਾ ਵੀ ਜਦੋਂ PhD ਜਦੋਂ ਮੈਨੂੰ ਗਵਰਨਮੈਂਟ ਨੇ ਪਰਮਿਸ਼ਨ ਨਹੀਂ ਸੀ ਦਿੱਤੀ ਤਾਂ ਮੈਂ ਪੁਸਤਕ ਲਿਖਣੀ ਸ਼ੁਰੂ ਕੀਤੀ ਸੀ। ਉਸ ਵੇਲੇ ਮੈਂ 5 ਪੁਸਤਕਾਂ ਲਿਖੀਆਂ ਸੀ ਜੀ। ਲੇਕਿਨ ਰਿਟਾਇਰਮੈਂਟ ਤੋਂ ਬਾਅਦ ਮੈਂ 21 ਪੁਸਤਕਾਂ ਹੁਣ ਲਿਖ ਚੁੱਕਾ ਜੀ। तो 26 ਪੁਸਤਕਾਂ ਹੋ ਗਈਆਂ ਨੇ। ਤੋ ਉਹਨਾਂ ਦੇ ਵਿੱਚ ਜ਼ਿਆਦਾਤਰ ਪੁਸਤਕਾਂ ਸਿੱਖ ਧਰਮ ਨਾਲ ਸੰਬੰਧਿਤ ਨੇ, ਕੁਝ ਇਤਿਹਾਸ ਨਾਲ, ਕੁਝ ਬਾਣੀ ਨਾਲ। ਲੇਕਿਨ ਇਹਦੇ ਇਲਾਵਾ ਮੈਂ ਲਿਟਰੇਚਰ ਦੇ ਤੌਰ ਤੇ ਵੀ ਕੁਝ ਪੁਸਤਕਾਂ ਲਿਖੀਆਂ, ਜਿਵੇਂ ਮੈਂ 3 ਨਾਵਲ ਲਿਖੇ ਨੇ ਜੀ ਔਰ ਮੈਂ 2 ਪੋਇਟਰੀ ਦੀਆਂ ਕਲੈਕਸ਼ਨ ਲਿਖੀਆਂ ਨੇ ਜੀ ਔਰ ਇੱਕ ਮੈਂ ਟਰੈਵਲੌਗ ਲਿਖਿਆ, ਮਤਲਬ ਸਫ਼ਰਨਾਮਾ। ਜੀ। ਤੋ ਜਿਹੜੇ ਨਾਵਲ ਨੇ ਮੇਰੇ, ਉਹਨਾਂ ਚੋਂ ਇੱਕ ਨਾਵਲ ਉੱਤੇ ਮਿੱਟੀ ਦਾ ਬਾਵਾ ਫਿਲਮ ਵੀ ਬਣੀ ਹੈ ਜੀ। ਧਰਮਰਾਜ ਜਬ ਲਿਖਾਵਾਂਗੇ ਮੈਂ ਇੱਕ ਨਾਵਲ ਲਿਖਿਆ ਸੀ, ਅੱਛਾ ਜੀ। ਉਹਦੇ ਤੇ ਇੱਕ ਫਿਲਮ ਬਣੀ ਹੈ ਮਿੱਟੀ ਦਾ ਬਾਵਾ ਪੰਜਾਬੀ 'ਚ। ਜੀ। ਹਾਂਜੀ ਸਰ, ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ, ਖਾਸ ਤੌਰ ਤੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਗੱਲ ਕਰਨਾ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਜਿਹੜਾ ਆਪਣੀ ਕਲਮ ਦੇ ਰਾਹੀਂ ਛੋਇਆ। ਡਿਊਟੀ ਦੇ ਦੌਰਾਨ ਵੀ ਜਿਹੜੀਆਂ ਪੁਸਤਕਾਂ ਲਿਖਦੇ ਰਹੇ, ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕ ਨਵੀਂ ਜਿਹੜੀ ਸੰਸਥਾ ਦਾ ਤੁਹਾਡੇ ਵੱਲੋਂ ਗਠਨ ਕੀਤਾ ਗਿਆ, ਕੇਸ ਸੰਭਾਲ ਪ੍ਰਚਾਰ ਸੰਸਥਾ। ਜੀ ਜੀ। ਬੱਚਿਆਂ ਨੂੰ, ਜਿਹੜੇ ਸਾਡੇ ਅੱਜ ਦੇ ਬੱਚੇ ਨੇ ਸਿੱਖੀ ਤੋਂ ਪਤਿਤ ਹੋ ਰਹੇ ਨੇ, ਉਹਨਾਂ ਨੂੰ ਜਿਹੜਾ ਹੈਗਾ ਤੁਹਾਡੇ ਵੱਲੋਂ ਜਿਹੜਾ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਅਸੀਂ ਸਿੱਖੀ ਸਰੂਪ ਦੇ ਵਿੱਚ ਕਿਵੇਂ ਜਿਹੜਾ ਹੈਗਾ ਜੱਜ ਕੇ ਰਹਿਣਾ ਹੈਗਾ, ਅਤੇ ਖਾਸ ਤੌਰ ਤੇ ਜਿਹੜਾ 506 ਦੀ ਗੱਲ ਤੁਸੀਂ ਕੀਤੀ ਹੈਗੀ, ਉਹਦੇ ਬਾਰੇ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਕਾਰੀ ਦਿਓ। ਜਿਵੇਂ ਮੈਂ ਦੱਸਿਆ ਕਿ ਮੈਂ ਵੈਸੇ ਰਿਟਾਇਰਮੈਂਟ ਬਾਅਦ ਬਹੁਤ ਸਾਰੀ ਸੰਸਥਾਵਾਂ ਨਾਲ ਜੁੜਿਆ ਹੋਇਆ ਜੀ, ਜਿਨ੍ਹਾਂ 'ਚ ਕਿ ਜਿਵੇਂ ਚੀਫ ਖਾਲਸਾ ਦੀਵਾਨ ਹੈ ਜੀ, ਇਹਦਾ ਇੱਕ ਐਜੂਕੇਸ਼ਨ ਆਰਗੇਨਾਈਜੇਸ਼ਨ ਹੈ ਯੂਪੀ ਦੇ ਵਿੱਚ, ਉਹਨਾਂ ਨਾਲ ਜੁੜਿਆ। ਇੱਕ ਸਾਡੇ ਉੱਥੇ ਦਿੱਲੀ ਵਿੱਚ ਹੈ ਹਸਪੀਟਲ, ਸਾਡਾ ਇੱਕ MKW ਹਸਪੀਟਲ, ਉਹਦੇ ਨਾਲ ਜੁੜਿਆ ਟਰਸਟ ਨਾਲ। ਪਰ ਇਹ ਸੰਸਥਾ ਜਿਹੜੀ ਹੈ 1999 ਵਿੱਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ 300 ਸਾਲ ਮਨਾਇਆ ਜਾਣਾ ਸੀ, ਤੇ ਕਿਉਂਕਿ ਜਿਹੜੇ ਲੀਡਰ ਸਨ ਸਾਰੇ ਕਹਿੰਦੇ ਸੀ ਕਿ ਅਸੀਂ ਜੀ ਅੰਮ੍ਰਿਤ ਛਕਾਵਾਂਗੇ ਬਹੁਤ ਸਾਰੇ ਲੋਕਾਂ ਨੂੰ, ਤੇ ਮੇਰਾ ਕਹਿਣਾ ਮਤਲਬ ਕਿ ਇਕੱਲੇ ਅੰਮ੍ਰਿਤ ਛਕਾਉਣ ਨਾਲ ਕੰਮ ਬਣਦਾ ਨਹੀਂ। ਗੁਰੂ ਸਾਹਿਬ ਨੇ ਤੇ ਅੰਮ੍ਰਿਤ ਛਕਾਉਣ ਦਾ ਮਤਲਬ ਹੁੰਦਾ ਕਿ ਜੀਵਨ ਜਾਂਚ ਇੱਕ ਜਿਹੜੀ ਅਪਣਾਉਣੀ ਹੈ। ਤਾਂ ਅਸੀਂ ਜੇ ਦੇਖਿਆ ਕਿ ਵੀ ਇਹ ਨਹੀਂ ਕੋਈ, ਮੈਂ ਉਹਨਾਂ ਨੂੰ ਕਹਿੰਦਾ ਸੀ ਕੋਈ ਇਹੋ ਜਿਹੀ ਚੀਜ਼ ਬਣਾਓ ਜਿਹੜਾ ਕਿ ਕੌਮ ਨੂੰ ਆਉਣ ਵਾਲੀ ਸਮੇਂ 'ਚ ਫਾਇਦਾ ਹੋਵੇ। ਜੀ। ਤਾਂ ਇੱਕ ਤੇ ਪਹਿਲੀ ਗੱਲ ਤਾਂ ਇਹ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਅਸੀਂ ਪਤਿਤ ਪਣੇ ਨੂੰ ਠੱਲ ਪਾਣੀ ਅਸੀਂ। ਦੂਸਰਾ ਹੈ ਕਿ ਤੁਸੀਂ ਨਸ਼ਾ ਦਾ ਰੁਝਾਨ ਵੱਧਦਾ ਜਾ ਰਿਹਾ, ਇਹਨੂੰ ਰੋਕੋ। ਉਸ ਵੇਲੇ ਵੀ ਇਹ ਰੁਝਾਨ ਸ਼ੁਰੂ ਹੋ ਗਿਆ ਸੀ ਕਿ 12ਵੀਂ ਬੱਚੇ ਜਾਣ ਲੱਗੇ ਸੀ। ਇਹ ਜਿਹੜੇ ਰੁਝਾਨ ਨੇ ਪੰਜਾਬ ਦੀ ਸਟੇਟ ਨੂੰ ਇਹਨਾਂ ਨੇ ਨੀਵਾਂ ਉਹਦਾ ਪੱਧਰ ਕੀਤਾ ਹੈ, ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਵੀ ਇਹ ਕਰਨਾ ਜ਼ਰੂਰੀ ਹੈ। ਪਰ ਸਾਰੇ ਲੋਕ ਕਿਉਂਕਿ ਇਹੋ ਜਿਹੀ ਗੱਲ ਵੱਲ ਨਹੀਂ ਧਿਆਨ ਦੇ ਰਹੇ ਸਨ, ਤਾਂ ਅਸੀਂ ਸੰਸਥਾ ਬਣਾ ਲਈ, ਕੇਸ ਸੰਭਾਲ ਪ੍ਰਚਾਰ ਸੰਸਥਾ। ਤੇ ਉਹ ਸੰਸਥਾ ਨੇ ਵਿੱਚ ਕਈ ਹੋਰ ਆਬਜੈਕਟਸ ਲੈ ਕੇ ਸਮਾਜਿਕ, ਕੋਈ ਇਕੱਲਾ ਅਗਰ ਕਿਹਾ ਜਾਏ ਕਿ ਦਸਤਾਰ ਸਜਾਉਣ ਨਹੀਂ ਕਹਾਂਗੇ, ਕੇਸ ਰੱਖਣ ਨਹੀਂ ਕਹਾਂਗੇ, ਤੇ ਉਹਦੇ ਨਾਲ ਬੱਚਿਆਂ ਦੇ ਉੱਤੇ ਕੋਈ ਅਸਰ ਨਹੀਂ ਹੋਣਾ। ਬੱਚਿਆਂ ਨੂੰ ਤੇ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਕਿਉਂ ਜ਼ਰੂਰੀ ਹੈ ਔਰ ਇਹਦੇ ਨਾਲ ਤੁਹਾਡੀ ਸ਼ਖਸੀਅਤ ਕੀ ਵਾਧਾ ਹੁੰਦਾ ਹੈ ਜੀ। ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹਨਾਂ ਦੀ ਪੂਰੀ ਓਵਰਆਲ ਡਿਵੈਲਪਮੈਂਟ ਹੋਵੇ ਜੀ। ਤਾਂ ਅਸੀਂ ਇਹਦੇ ਵੱਲੋਂ ਪੱਖੋਂ ਅਸੀਂ ਸਮਾਜਿਕ ਤੌਰ ਤੇ ਔਰ ਵਿਦਿਅਕ ਤੌਰ ਤੇ ਉਹਨਾਂ ਨੂੰ ਕਾਫੀ ਪ੍ਰੋਗਰਾਮ ਕਰਵਾਏ ਔਰ ਬੱਚਿਆਂ ਨੂੰ ਉਹਨਾਂ ਨਾਲ ਜੋੜਿਆ। ਕਈ ਤਰ੍ਹਾਂ ਦੇ ਕੈਂਪ ਲਗਾਏ, ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੇ ਪ੍ਰੋਗਰਾਮ ਕਰਵਾਏ, ਜਿਵੇਂ ਇੰਗਲਿਸ਼ ਸਪੀਕਿੰਗ ਹੋ ਗਿਆ, ਜਾਂ ਕੋਈ ਤੁਸੀਂ ਇਹਨੂੰ ਜਿਹੜੀ ਆਪਣੀ ਪਰਸਨੈਲਿਟੀ ਦੇ ਵਿੱਚ ਕਿੱਦਾਂ ਨਿਖਾਰ ਲਿਆ ਸਕਦੇ ਹੋ, ਕਿੱਦਾਂ ਬੋਲ ਸਕਦੇ ਹੋ, ਇਹ ਸਾਰੀ ਚੀਜ਼ਾਂ ਸਿਖਾ ਕੇ ਤੇ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਉਹਦੇ ਵਿੱਚ ਡਿਵੈਲਪਮੈਂਟ ਕਿੱਦਾਂ ਹੁੰਦੀ ਹੈ। ਔਰ ਉਹਦੇ ਲਈ ਖਾਸ ਪ੍ਰੋਗਰਾਮ ਜਿਹੜਾ ਅਸੀਂ ਕਰਾਉਂਦੇ ਰਹੇ ਹਾਂ, ਜਿਹਦਾ ਨਾਂ ਹੈ ਸੈਗਾ। ਉਹਦਾ ਨਾਂ ਹੈ ਸਪਿਰਿਚੁਅਲ ਐਂਡ ਜਨਰਲ ਐਬਿਲਿਟੀ ਕੰਟੈਸਟ। ਉਹ ਹਰ ਸਾਲ ਹੁੰਦਾ ਹੈ। ਹੁਣ 24ਵਾਂ ਹੋਇਆ ਸੀ ਪਿਛਲੇ ਸਾਲ, ਕਿਉਂਕਿ ਵੈਸੇ ਸਾਨੂੰ 26 ਸਾਲ ਹੋ ਗਏ ਨੇ, ਪਰ 2 ਸਾਲ ਕਰੋਨਾ ਵਿੱਚ ਨਹੀਂ ਹੋ ਪਾਇਆ। ਉਹਦੇ 'ਚ ਅਸੀਂ ਲੜਕੇ ਲੜਕੀਆਂ ਨੂੰ ਉਹਨਾਂ ਦੀ ਸ਼ਖਸੀਅਤ ਦੇ ਆਧਾਰ ਤੇ, ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ, ਜਿਹਦਾ ਬਿਊਟੀ ਕੰਪੀਟੀਸ਼ਨ ਨਹੀਂ ਹੁੰਦੇ, ਉਹਦੇ 'ਤੇ ਅਸੀਂ ਕਿਉਂਕਿ ਉਹਦੇ 'ਚ ਇੱਕ ਅਧਿਆਤਮਿਕ ਪੱਖ ਜੋੜਦੇ ਹਾਂ ਕਿ ਉਹਦਾ ਦੇਖਦੇ ਹਾਂ ਕਿ ਉਹਨੂੰ ਸਿੱਖੀ ਧਰਮ ਬਾਰੇ ਵੀ ਨੌਲੇਜ ਹੈ, ਦੂਜਾ ਧਰਮਾਂ ਬਾਰੇ, ਕੰਪੈਰੇਟਿਵ ਰਿਲੀਜਨ ਬਾਰੇ ਨੌਲੇਜ ਹੈ, ਔਰ ਫਿਰ ਉਹਦੀ ਪਰਸਨੈਲਿਟੀ ਕੀ ਹੈ, ਟੈਲੈਂਟ ਕੀ ਹੈ, ਉਹਦੇ 'ਤੇ ਆਧਾਰ 'ਤੇ ਅਸੀਂ ਹੀ ਖਾਲਸਾ ਤੇ ਸ਼ੀ ਖਾਲਸਾ ਬਣਾਉਂਦੇ ਹਾਂ। ਤੇ ਉਹ ਜਿਹੜੇ ਹੀ ਖਾਲਸਾ ਸ਼ੀ ਖਾਲਸਾ ਬੜੇ ਇੰਨੇ ਸਾਲਾਂ 'ਚ ਅੱਜ ਉਹ ਬੜੀਆਂ ਅੱਛੀਆਂ ਪੋਸਟਾਂ ਦੇ ਨੇ ਕਈ, ਔਰ ਉਹ ਹੁਣ ਇੱਕ ਕਿਸਮ ਦੇ ਸਾਡੇ ਐਂਬੈਸਡਰ ਬਣ ਕੇ ਧਰਮ ਦਾ ਪ੍ਰਚਾਰ ਕਰਦੇ ਨੇ, ਔਰ ਇਸ ਗੱਲ ਪਤਿਤ ਪਣੇ ਨੂੰ ਰੋਕਣ ਦੇ ਵੀ ਸਾਡੇ ਸਹਾਈ ਹੋਏ ਨੇ। ਵੈਸੇ ਤਾਂ ਦੋਸਤੋ ਜਿਹੜੀ ਹੈਗੇ ਸ਼ਬਦ ਆ ਗਏ ਇਹ ਹੀ ਖਾਲਸਾ ਔਰ ਸ਼ੀ ਖਾਲਸਾ, ਆਪਣੇ ਆਪ ਦੇ ਵਿੱਚ ਇੱਕ ਮਾਨਮੱਤਾ ਜਿਹੜਾ ਹੈਗਾ ਮੈਂ ਕਹਾਂਗੀ ਕਿ ਸ਼ਬਦ ਹੈਗੇ। ਜਦੋਂ ਵੀ ਕਿਸੇ ਬੱਚੇ ਦੇ ਨਾਲ ਇਹ ਸ਼ਬਦ ਜੁੜਦਾ ਹੈ ਤੇ ਆਪਣੇ ਆਪ ਦੇ ਵਿੱਚ ਹੀ ਬੜੀਆਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣ ਵਾਲਾ ਆਏਗਾ ਕਿ ਤੁਸੀਂ ਸਮਾਜ ਦੇ ਲਈ ਕੁਝ ਕਰਨਾ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਜਾਰੀ ਰੱਖਣਾ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ ਦੇ ਨਾਲ। ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਕਿਉਂਕਿ ਫਿਊਚਰ ਦੇ ਬਾਰੇ ਵੀ ਜਾਣਨਾ, ਬਹੁਤ ਕੁਝ ਕਰ ਰਹੇ ਨੇ, ਕਰਨਾ ਕੀ ਹੋਰ ਲੋੜੀਂਦਾ ਹੈ, ਇਸੇ ਬਾਰੇ ਗੱਲਬਾਤ ਕਰਾਂਗੇ। ਵਕਤ ਇੱਕ ਕਮਰਸ਼ੀਅਲ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਮੇਰੇ ਨਾਲ ਹਾਜ਼ਰ ਨੇ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ, ਇੱਕ ਉਹ ਸ਼ਖਸੀਅਤ ਜਿਹੜੇ ਲਗਾਤਾਰ ਵਿੱਚ ਰਹੇ ਨੇ, ਕਿਉਂਕਿ ਕਹਿੰਦੇ ਨੇ ਕਿ ਵੱਧਦੀ ਉਮਰੇ ਜਿਹੜਾ ਉਹ ਦਮਖਮ, ਉਹ ਜਿਹੜੀ ਆਵਾਜ਼ ਦੇ ਵਿੱਚ ਵੜਕ ਔਰ ਕੁਝ ਨਾ ਕੁਝ ਕਰਨ ਦੀ ਜਿਹੜੀ ਇੱਛਾ, ਜਨੂਨ ਉਹਨਾਂ ਦੇ ਵਿੱਚ ਤੁਹਾਨੂੰ ਸਾਖਸ਼ਾਤ ਜਿਹੜੀ ਹੈ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਦਿਖਾਈ ਦਿੱਤੀ ਹੈ। ਅੱਗੇ ਉਹਨਾਂ ਦੀਆਂ ਕੀ ਫਿਊਚਰ ਪਲਾਨਿੰਗਸ ਨੇ, ਕੀ ਹੋਰ ਮਨ ਦੇ ਵਿੱਚ ਤਾਂਘ ਹੈ ਕਿ ਇਹ ਕੁਝ ਕਰਨਾ ਰਹਿ ਗਿਆ ਹੈ, ਹਲੇ ਮੈਂ ਕਰਨਾ ਹੈ, ਉਸ ਬਾਰੇ ਗੱਲਬਾਤ ਕਰਾਂਗੇ। ਹਾਂਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਕਿ ਬਹੁਤ ਸਾਰਾ ਕੰਮ ਕਰ ਚੁੱਕੇ ਹੋ, ਪਰ ਹਲੇ ਵੀ ਜਿਹੜਾ ਮਨ ਦੇ ਵਿੱਚ ਉਹ ਜਿਹੜਾ ਜਨੂਨ, ਉਤਸ਼ਾਹ ਅੱਜ ਵੀ ਤੁਹਾਡੇ ਚਿਹਰੇ ਦੇ ਉੱਤੇ ਡੁੱਲ ਪੈ ਰਿਹਾ, ਕੀ ਕੁਝ ਕਰਨਾ ਲੈਂਦੇ ਹੋ? ਦੇਖੋ, ਕੰਮ ਤੇ ਇਨਸਾਨ ਦੀ ਜ਼ਿੰਦਗੀ 'ਚ ਨਹੀਂ ਖਤਮ ਹੁੰਦੇ ਜੀ, ਔਰ ਉਹਨੂੰ ਕਰਨੇ ਵੀ ਚਾਹੀਦੇ ਨੇ, ਕਿਉਂਕਿ ਆਖਰੀ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਸ ਕਰਕੇ ਕਿ ਉਹ ਕਿਸੇ ਲੇਖੇ ਲੱਗੇ। ਜੀ, ਭਾਵੇਂ ਤੁਸੀਂ ਕੁਰਸੀ ਤੇ ਬੈਠੇ ਹੋ, ਮਤਲਬ ਕਿ ਕਿਸੇ ਸੀਟ ਤੇ ਹੋ, ਪਾਵਰ 'ਚ ਹੋ, ਭਾਵੇਂ ਤੁਸੀਂ ਨਹੀਂ ਹੋ, ਜੀ, ਸਮਾਜ ਲਈ ਤੁਸੀਂ ਕੁਝ ਨਾ ਕੁਝ ਕਰਨਾ ਜ਼ਰੂਰੀ ਹੈ। ਤਰੀ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਵੀ ਆਪਣਾ ਘਰ ਛੱਡ ਕੇ ਨਹੀਂ ਜਾਣਾ, ਆਪਣੇ ਘਰ 'ਚ ਹੀ ਰਹਿਣਾ, ਪਰਿਵਾਰ 'ਚ ਹੀ ਰਹਿਣਾ, ਕਿਉਂਕਿ ਜੇ ਤੁਸੀਂ ਸੁਸਾਇਟੀ ਲਈ ਕੁਝ ਕਰੋਗੇ ਨਹੀਂ, ਪਰਿਵਾਰ ਲਈ ਕੁਝ ਕਰੋਗੇ ਨਹੀਂ, ਤਾਂ ਤੁਸੀਂ ਪਰਮਾਤਮਾ ਪਾਦ ਦੀ ਗੱਲ ਕਿਉਂ ਕਰ ਸਕਦੇ ਹੋ? ਜੀ, ਤਾਂ ਅਸੀਂ ਬੜੇ ਪ੍ਰੋਜੈਕਟ ਇਹੋ ਜਿਹੇ ਕੀਤੇ ਨੇ ਜਿਹਦੇ ਨਾਲ ਕਿ ਸਮਾਜ ਨੂੰ ਜੋੜਿਆ ਜਾਏ। ਖਾਸ ਕਰਕੇ ਜਿਵੇਂ ਸਿੱਖਾਂ ਦੇ ਵਿੱਚ ਏਕਤਾ ਦੀ ਬੜੀ ਘਾਟ ਹੈ, ਵੈਸੇ ਸਾਰੇ ਸਮਾਜ 'ਚ ਹੀ ਅੱਜ ਕੱਲ੍ਹ ਬੜੀ ਘਾਟ ਹੈ। ਸਾਡੇ ਨਫ਼ਰਤਾਂ ਵੱਧ ਰਹੀਆਂ ਨੇ, ਈਰਖਾ ਦਵੇਸ਼ ਵੱਧ ਰਿਹਾ, ਇਹ ਸਾਰੀ ਭਾਵਨਾ ਨੂੰ ਘਟਾਉਣ ਦੇ ਲਈ ਗੁਰਬਾਣੀ ਦਾ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ। ਜੀ, ਜਾਂ ਦੂਸਰੇ ਸਕ੍ਰਿਪਚਰ ਵੱਲ, ਜੇ ਤੁਸੀਂ ਵੇਦਾਂ ਨੂੰ ਦੇਖ ਲਓ, ਚਾਹੇ ਗੀਤਾ ਦੇਖ ਲਓ, ਜਿਹਨੂੰ ਵੀ ਦੇਖੋਗੇ, ਔਰ ਇਹ ਸੰਦੇਸ਼ ਇਹੀ ਹੋਇਆ ਨਾ ਕਿ ਅਸੀਂ ਇਨਸਾਨੀਅਤ ਨਾਲ ਕਿੱਦਾਂ ਜ਼ਿੰਦਗੀ ਚੰਗੀ ਬਿਤਾਉਣੀ ਹੈ। ਜੀ, ਤਾਂ ਇਸ ਕਰਕੇ ਅਸੀਂ ਜਿਹੜਾ 500 ਸਿੱਖ ਰੋਲ ਮਾਡਲ ਇੱਕ ਪ੍ਰੋਜੈਕਟ ਕੀਤਾ ਸੀ, ਔਰ ਭਾਵੇਂ ਸੀ ਕਿ ਇਹ ਬੰਦਿਆਂ ਨੇ ਆਪਣੀ ਜ਼ਿੰਦਗੀ 'ਚ ਰਹਿੰਦੇ ਹੋਏ, ਸਿੱਖੀ ਸਰੂਪ ਰਹਿੰਦੇ ਹੋਏ ਵੀ ਕਿੱਦਾਂ ਜ਼ਿੰਦਗੀ ਨੂੰ ਅਚੀਵਮੈਂਟਸ ਕੀਤੀਆਂ ਨੇ ਔਰ ਅੱਗੇ ਆਏ ਨੇ, ਤਾਂ ਇੱਕ ਕਿਸਮ ਦੇ ਰੋਲ ਮਾਡਲ ਨੇ। ਫਿਰ ਮੈਂ ਸਿੱਖ ਆਰਗੇਨਾਈਜੇਸ਼ਨ ਦੀ ਕਿਤਾਬ ਲਿਖੀ ਜਿਹੜੀ ਕਿ ਗੁਰਦੁਆਰਿਆਂ ਬਾਰੇ, ਔਰ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਆਰਗੇਨਾਈਜੇਸ਼ਨਾਂ ਕੰਮ ਕਰ ਰਹੀਆਂ ਨੇ, ਤੁਸੀਂ ਵੀ, ਤੁਹਾਡੇ 'ਚ ਵੀ ਉਤਸ਼ਾਹ ਪੈਦਾ ਹੋਵੇ। ਔਰ ਸਾਰੇ ਗੁਰਦੁਆਰੇ ਕਿੱਥੇ ਨੇ ਇਸ ਵੇਲੇ ਦੁਨੀਆ ਦੇ 150 ਦੇਸ਼ਾਂ 'ਤੇ ਗੁਰਦੁਆਰੇ ਨੇ। ਇਹਦਾ ਮਤਲਬ ਹੁੰਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਹੈ ਉਸ ਜਗ੍ਹਾ 'ਤੇ ਫੈਲਾਈ ਜਾ ਸਕਦੀ ਸੀ, ਲੇਕਿਨ ਕਿਉਂਕਿ ਸਾਡੇ ਜਿਹੜੇ ਲੋਕੀ ਨੇ ਉਹ ਨਸ਼ਾ ਉਦਮ ਨਹੀਂ ਕਰ ਪਾ ਰਹੇ, ਇਸ ਕਰਕੇ ਅਸੀਂ ਉਹ ਪ੍ਰਚਾਰ ਉਹਦਾ ਹੁੰਦਾ ਨਹੀਂ। ਪ੍ਰਚਾਰ ਨੂੰ ਠੀਕ ਢੰਗ ਨਾਲ ਕੀਤਾ ਜਾਣਾ ਜ਼ਰੂਰੀ ਹੈ। ਹੁਣ ਇਸ ਸਾਲ ਅਸੀਂ ਕਈ ਬਹੁਤ ਸਾਰੇ ਲੇਖ ਮੁਕਾਬਲੇ, ਬਹੁਤ ਸਾਰੇ ਭਾਸ਼ਣ ਮੁਕਾਬਲੇ ਕਰਾਏ ਨੇ ਕੁਝ ਸਬਜੈਕਟਸ ਦੇ, ਉਹਨਾਂ 'ਚ ਕੁਝ ਸੋਸ਼ਲ ਸਬਜੈਕਟਸ ਵੀ ਸਨ, ਜਿੱਦਾਂ ਕਿ ਦਾਦਾ ਦਾਦੀ ਦਾ ਕੀ ਰੋਲ ਹੁੰਦਾ ਹੈ ਜ਼ਿੰਦਗੀ 'ਚ, ਜਿੱਦਾਂ ਕਿ ਸਾਨੂੰ ਵਿਆਹ ਜਿਹੜਾ ਹੈ ਆਪਣੇ ਧਰਮ ਦੇ ਵਿੱਚ ਕਿਉਂ ਕਰਾਉਣਾ ਚਾਹੀਦਾ ਹੈ, ਇਹ ਜਿਹੜੇ ਸੋਸ਼ਲ ਸਬਜੈਕਟ ਵੀ ਟੱਚ ਕੀਤੇ। ਹੁਣ ਜਿਹੜਾ ਐਤਕੀ ਸਬਜੈਕਟ ਟੱਚ ਕਰ ਰਹੇ ਆ ਉਹ ਹੈਗਾ ਪੰਜਾਬ ਦੇ ਵਿਕਾਸ ਬਾਰੇ ਔਰ ਦੇਸ਼ ਦੇ ਵਿਕਾਸ ਬਾਰੇ। ਕਿਉਂਕਿ ਦੇਖੋ, ਹੁਣ ਅਸੀਂ 75ਵਾਂ ਆਜ਼ਾਦੀ ਦਾ ਸਾਲ ਮਨਾ ਰਹੇ ਹਾਂ, ਤਾਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਨੂੰ ਹਰ ਪੱਖੋਂ ਵਿਕਾਸ ਕਰਨਾ ਜ਼ਰੂਰੀ ਹੈ, ਔਰ ਜੇ ਸਰਕਾਰ ਚਾਹੁੰਦੀ ਹੈ ਔਰ ਲੋਕੀ ਚਾਹੁੰਦੇ ਤਾਂ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਕੱਲੀ ਸਰਕਾਰਾਂ ਨਹੀਂ ਕਰਦੀਆਂ, ਔਰ ਹਰ ਸੰਸਥਾ ਦਾ ਫਰਜ਼ ਹੈ, ਹਰ ਇਨਸਾਨ ਦਾ ਫਰਜ਼ ਹੈ। ਪੰਜਾਬ ਜਿਹੜਾ ਕਿ ਕੁਝ ਦਹਾਕੇ ਪਹਿਲੇ ਇੱਕ ਬੜੀ ਨੰਬਰ 1 ਸਟੇਟ ਹੁੰਦਾ ਸੀ, ਅੱਜ ਨਹੀਂ ਹੈ। ਤਾਂ ਅਸੀਂ ਉਹਦੇ ਲਈ ਇੱਕ ਪਲਾਨ ਬਣਾਇਆ ਕਿ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਕਰਤੀ ਜਾਏ ਕਿ ਵੀ ਇਹਨੂੰ ਅੱਗੇ ਨੰਬਰ 1 ਬਣਾਉਣ ਦੇ ਲਈ ਤੁਸੀਂ ਆਪਣਾ ਰੋਲ ਪਲੇ ਕਰੋ। ਲੋਕੀ ਬਾਹਰ ਪੰਜਾਬੀ ਬੜੇ ਸਾਰੀ ਦੁਨੀਆ ਬੈਠੇ ਹੋਏ ਨੇ, ਔਰ ਸਾਰੀ ਦੁਨੀਆ ਬੈਠੇ ਸਮਰੱਥ ਵੀ ਨੇ, ਅਤੇ ਉਹ ਚਾਹੁੰਦੇ ਪੰਜਾਬ ਦੀ ਮਦਦ ਕਰਕੇ ਪੰਜਾਬ ਦੇ ਪਿੰਡਾਂ 'ਚ, ਪੰਜਾਬ ਦੇ ਹੋਰ ਜਿਹੜੇ ਫੀਲਡ 'ਚ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿਕਾਸ ਵਿੱਚ ਸਹਾਈ ਹੋ ਸਕਦੇ ਨੇ। ਔਰ ਜੇ ਅਗਰ ਪੰਜਾਬ ਸਟਰੋਂਗ ਸਟੇਟ ਬਣਦੀ ਹੈ ਤਾਂ ਉਹਦਾ ਦੇਸ਼ ਨੂੰ ਫਾਇਦਾ, ਕਿਉਂਕਿ ਪੰਜਾਬ ਦਾ ਬੜਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਦੇਸ਼ ਨੂੰ ਸਟਰੋਂਗ ਰੱਖਣ 'ਚ, ਦੇਸ਼ ਨੂੰ ਪ੍ਰਫੁੱਲਿਤ ਰੱਖਣ 'ਚ। ਗ੍ਰੀਨ ਰੈਵੋਲੂਸ਼ਨ ਇੱਥੇ ਆਈ, ਦੁਸ਼ਮਣਾਂ ਤੋਂ ਜਦੋਂ ਬਾਹਰੋਂ ਲੋਕੀ ਆਉਂਦੇ ਸੀ, ਵਿਦੇਸ਼ੀ ਲੋਕ ਹਮਲੇ ਕਰਦੇ ਸੀ, ਤਾਂ ਪੰਜਾਬ ਬਚਾਉਂਦਾ ਰਿਹਾ। ਤਾਂ ਪੰਜਾਬ ਨੇ ਪਾਕਿਸਤਾਨ ਲੜਾਈ ਹੋਏ, ਚਾਈਨਾ ਦੀ ਲੜਾਈ ਹੋਏ, ਪੰਜਾਬ ਦਾ ਬੜਾ ਰੋਲ ਹੈ ਹਰ ਖੇਤਰ ਵਿੱਚ। ਇੰਡਸਟਰੀ ਬੜੀ ਸੀ, ਹੁਣ ਨਾ ਇੰਡਸਟਰੀ ਇਹਨਾਂ ਕੁਛ, ਇਸ ਕਰਕੇ ਸਾਰੇ ਵਿਕਾਸ ਦੇ ਲਈ ਅਸੀਂ ਯੋਜਨਾ ਬਣਾਈ ਹੈ। ਉਹਦੇ 'ਚ ਅਸੀਂ ਪਹਿਲੇ ਕੰਪੀਟੀਸ਼ਨ ਰੱਖਿਆ, ਜਿਹਦਾ ਨਾਂ ਹੀ ਰੱਖਿਆ ਸੀ ਕਿ ਪੰਜਾਬ ਨੂੰ 1 ਨੰਬਰ ਸੂਬਾ ਕਿਵੇਂ ਬਣਾਇਆ ਜਾਵੇ। ਤਾਂ ਸਾਰੇ ਲੋਕਾਂ ਜਦੋਂ ਕਹਿ ਕੇ ਤੁਸੀਂ ਆਪਣੇ ਵਿਚਾਰ ਦਿਓ, ਜਦੋਂ ਵਿਚਾਰ ਸਾਡੇ ਕੋਲ ਆਉਣਗੇ ਤਾਂ ਉਹਨਾਂ ਦਾ ਫਿਰ ਜਿਹੜੇ ਬੈਸਟ ਹੋਣਗੇ ਉਹਨਾਂ ਦਾ ਅਸੀਂ ਇੱਕ ਮੁਕਾਬਲੇ 'ਚ ਇੱਕ ਕਰਾਵਾਂਗੇ, ਜਿਹੜਾ ਕਿ ਉਹ ਭਾਸ਼ਣ ਦੇਣਗੇ, ਉਹ ਉਹਨੂੰ ਐਕਸਪ੍ਰੈਸ ਕਰਨਗੇ ਕਿ ਉਹਨਾਂ ਦੇ ਵਿਚਾਰ ਕਿੱਦਾਂ ਦੇ ਹੈਗੇ ਨੇ, ਕੀ ਸ਼ੇਅਰ ਕਰਨਗੇ ਲੋਕਾਂ ਨਾਲ। ਔਰ ਉਹ ਡਿਸਕਸ਼ਨ ਦੇ ਬਾਅਦ ਜਿਹੜੇ ਟੌਪਰ ਹੋਣਗੇ ਉਹਨਾਂ ਨੂੰ ਅਸੀਂ 51,000 ਰੁਪਏ, 31,000 ਰੁਪਏ, 21,000 ਰੁਪਏ ਇਹ ਕੈਸ਼ ਇਨਾਮ, ਅਤੇ ਫਿਰ ਅਸੀਂ ਕੋਈ ਪੁਰਸਕਾਰ ਦੇ ਸੈੱਟ ਔਰ ਹੋਰ ਇਨਾਮ ਵੀ ਦਿਆਂਗੇ। ਇੱਕ ਅਸੀਂ ਸਕੀਮ ਬਣਾਈ ਹੈ ਕਿ ਅਸੀਂ 3 ਗਰੁੱਪ ਬਣਾਏ ਨੇ ਜਿਹੜੇ ਕਿ ਹਲੇ ਆਪਰੇਟ ਹੋਣੀ ਹੋਏ, ਬਣਾ ਰਹੇ ਆ, ਇਨ ਦਾ ਮੇਕਿੰਗ ਨੇ। ਪਹਿਲਾ ਗਰੁੱਪ ਜਿਹੜਾ ਹੈ ਉਹਦੇ 'ਚੋਂ ਜਿਹਨਾਂ ਦਾ ਨਾਂ ਹੈ ਬੈਨੀਫੈਕਟਰ ਗਰੁੱਪ, ਜਿਹੜੇ ਕਿ ਉਹ ਲੋਕ ਨੇ ਜਿਹੜੇ ਸਮਰੱਥ ਨੇ, ਚਾਹੇ ਇੰਡੀਆ 'ਚ ਬੈਠੇ ਨੇ ਜਾਂ ਬਾਹਰ ਬੈਠੇ ਨੇ, ਔਰ ਅਗਰ ਪੰਜਾਬ ਦੇ ਵਿੱਚ ਕਿਸੇ ਨੂੰ ਸਹਾਇਤਾ ਦੀ ਜ਼ਰੂਰਤ ਹੈ ਐਜੂਕੇਸ਼ਨ ਦੇ ਮਾਮਲੇ 'ਚ ਜਾਂ ਮੈਡੀਕਲ ਰਿਲੀਫ ਦੇ ਮਾਮਲੇ 'ਚ, ਤਾਂ ਉਹ ਲੋਕ ਸਹਾਈ ਹੋ ਸਕਦੇ ਨੇ। ਦੂਸਰਾ ਗਰੁੱਪ ਉਹ ਹੈ
ਜਿਹੜੇ ਕਿ ਇੰਪਲੋਇਰ ਗਰੁੱਪ, ਜਿੱਦਾਂ ਕਿ ਇੰਪਲੋਇਮੈਂਟ ਐਕਸਚੇਂਜ ਨਹੀਂ ਹੁੰਦੀ ਕਿ ਜਿੰਨੇ ਵੀ ਇੰਪਲੋਇਰ ਨੇ ਜਿਹੜੇ ਕਿ ਪੰਜਾਬੀਆਂ ਨੂੰ ਇੰਪਲੋਇਮੈਂਟ ਦੇ ਸਕਦੇ ਨੇ, ਉਹਨਾਂ ਦੇ ਕੋਲ ਇੰਡਸਟਰੀ ਹੈ, ਉਹਨਾਂ ਕੋਲ ਪ੍ਰੋਫੈਸ਼ਨ ਹੈ, ਉਹਨਾਂ ਦੀ ਕਿ ਸਾਡੇ ਕੋਲ ਅਗਰ ਲਿਸਟ ਹੋਵੇ, ਅਗਰ ਉਹ ਸਾਡੇ ਮੈਂਬਰ ਹੋਣ ਉਸ ਗਰੁੱਪ 'ਚ, ਤੇ ਅਸੀਂ ਜਦੋਂ ਵੀ ਕੋਈ ਇਹੋ ਜਿਹਾ ਕੇਸ ਆਉਂਦਾ ਜੈਨੂਅਨ ਕੇਸ, ਅਗਰ ਉਹਨਾਂ ਦੀ ਕੰਡੀਸ਼ਨ ਫੁਲਫਿਲ ਕਰਦਾ ਹੈ ਤਾਂ ਉਹ ਉਹਨੂੰ ਇੰਪਲੋਇਮੈਂਟ ਦੇਣ 'ਚ ਪ੍ਰਾਇੋਰਟੀ ਦੇਣ, ਪਹਿਲ ਦੇਣ। ਔਰ ਤੀਸਰਾ ਗਰੁੱਪ ਹੈ ਜਿਹੜਾ ਕੈਰੀਅਰ ਗਾਈਡੈਂਸ ਗਰੁੱਪ, ਜਿਹਨੇ IAS ਵਗੈਰਾ ਨੇ, IPS ਅਫਸਰ ਨੇ ਜਾਂ ਬੈਂਕਰ ਅਫਸਰ ਨੇ, ਆਰਮੀ ਦੇ ਅਫਸਰ ਨੇ, ਇਹ ਸਭ ਅਗਰ ਬੱਚਿਆਂ ਨੂੰ ਸ਼ੁਰੂ ਤੋਂ 10ਵੀਂ 11ਵੀਂ ਕਲਾਸ ਤੋਂ ਹੀ ਐਜੂਕੇਸ਼ਨ ਇੰਸਟੀਟਿਊਸ਼ਨ ਜਾ ਕੇ ਪ੍ਰੇਰਨਾ ਦੇਣ ਔਰ ਉਹਨਾਂ ਦਾ ਐਪਟੀਟਿਊਡ ਦੇਖਦੇ ਹੋਏ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਜਾਂ ਉਹਨਾਂ ਨੂੰ ਦੱਸਿਆ ਜਾਏ ਕਿ ਟ੍ਰੇਨਿੰਗ ਕਿੱਥੇ ਮਿਲਣੀ ਹੈ, ਤਾਂ ਉਹ ਇਹ ਗਰੁੱਪ ਜਿਹੜਾ ਹੈ ਉਹ ਇਸ ਕੰਮ ਸਹਾਈ ਹੋ ਸਕਦਾ ਹੈ। ਇਹ 3 ਗਰੁੱਪ ਅਸੀਂ ਬਣਾ ਰਹੇ ਹਾਂ, ਤਾਂ ਅਸੀਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਤੁਸੀਂ ਜਿਹੜੇ ਵੀ ਸਮਰੱਥ ਲੋਕ ਹੋ ਔਰ 10ਵਾਂ ਕੱਢ ਗੁਰੂ ਦੇ ਆਦੇਸ਼ ਦੇ ਅਨੁਸਾਰ ਕੱਢਣੀ ਹੈ, ਤੇ ਤੁਸੀਂ ਇਹਨਾਂ ਗਰੁੱਪ ਦੇ ਵਿੱਚ ਸ਼ਾਮਲ ਹੋਵੋ ਔਰ ਉਹਨਾਂ ਲੋਕਾਂ ਦੀ ਸਹਾਇਤਾ ਕਰੋ। ਜਦੋਂ ਅਸੀਂ ਪੰਜਾਬ ਦੇ ਇੱਕ ਆਦਮੀ ਦੀ ਸਹਾਇਤਾ ਕਰਨੀ ਸ਼ੁਰੂ ਕਰਾਂਗੇ ਔਰ ਖਾਸ ਕਰਕੇ ਜਿਹੜੇ ਗਰੀਬ ਨੇ, ਜਿਹੜੇ ਡਿਜ਼ਰਵਿੰਗ ਨੇ, ਤਾਂ ਪੰਜਾਬ ਆਪਣੇ ਆਪ ਹੀ ਤਰੱਕੀ ਦੇ ਰਸਤੇ ਪਏਗਾ ਔਰ ਨਸ਼ੇ ਛੁੱਟਣਗੇ, ਲੋਕੀ ਬਾਹਰ ਜਾਣੋਂ ਹਟਣਗੇ, ਕਿਉਂਕਿ ਜਦ ਉਹਨਾਂ ਨੂੰ ਇੱਥੇ ਕੰਮ ਮਿਲੇਗਾ, ਰੋਜ਼ਗਾਰ ਮਿਲੇਗਾ ਔਰ ਉਹਨਾਂ ਨੂੰ ਇੱਥੇ ਚੰਗੀ ਐਜੂਕੇਸ਼ਨ ਮਿਲੇਗੀ, ਤਾਂ ਕਿਉਂ ਜਾਣਗੇ ਬਾਹਰ। ਜੀ ਸਰ, ਜਿਹੜਾ ਸਾਰਾ ਕੰਮ ਤੁਸੀਂ ਕਰ ਰਹੇ ਹੋਗੇ, ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੀਆਂ ਬੜੀਆਂ ਸ਼ਲਾਘਾਯੋਗ ਨੇ, ਇਹ ਕਰਨਾ ਲੋੜੀਂਦਾ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਕੀਤਾ ਹੈਗਾ ਉਸ ਤਰੀਕੇ ਦੇ ਨਾਲ ਹੋਰ ਵੀ ਜਿਹੜੀਆਂ ਸ਼ਖਸੀਅਤਾਂ ਨੇ ਆ ਕੇ ਕੰਮ ਕਰਨ ਬੜਾ ਜ਼ਰੂਰੀ ਹੋ ਜਾਂਦਾ ਹੈ। ਪਰ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ, ਪਰ ਕਿਤੇ ਨਾ ਕਿਤੇ ਇਸ ਕਰਕੇ ਪਿੱਛੇ ਹਟ ਜਾਂਦੇ ਨੇ ਕਿ ਫੰਡਿੰਗ ਨਹੀਂ ਆ। ਹੁਣ ਜੇਕਰ ਤੁਹਾਡੀ ਸਪੈਸ਼ਲੀ ਸੰਸਥਾ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਸੰਸਥਾ ਦੇ ਕੋਲ ਜਿਹੜੀ ਸਾਰੀ ਫੰਡਿੰਗ ਆ ਕਿੱਥੋਂ ਆਉਂਦੀ ਹੈ? ਸਾਡੀ ਸੰਸਥਾ ਕੋਲ ਕੋਈ ਫੰਡ ਨਹੀਂ ਹੈ। ਅਸੀਂ ਫੰਡ ਜ਼ਿਆਦਾ ਇਸ ਕਰਕੇ ਨਹੀਂ ਰੱਖਦੇ ਕਿ ਫੰਡ ਰੱਖਣ ਨਾਲ ਵੀ ਦੇਖੋ ਕੋਈ ਸੰਸਥਾਵਾਂ ਨੇ ਚੱਲਦੀਆਂ ਲੜਾਈਆਂ ਹੋਣ ਲੱਗ ਜਾਂਦੀਆਂ ਨੇ ਜੀ, ਫਿਰ ਤੇ ਕਰੀ ਮੈਂ ਪ੍ਰੈਜ਼ੀਡੈਂਟ ਮੈਂ ਬਣਾ ਤੇ ਮੈਂ ਫੈਰਾ ਬਿਠਾਵਾਂ, ਮੈਂ ਇਹ ਕੋਈ ਫੰਡਿੰਗ ਇੱਦਾਂ ਨਹੀਂ ਹੈ। ਜਿਹੜੇ ਸਾਡੇ ਟਰਸਟੀ ਨੇ ਜੀ, ਉਹ ਜਿਹੜਾ ਵੀ ਪ੍ਰੋਜੈਕਟ ਅਸੀਂ ਕਰਦੇ ਹਾਂ ਅਸੀਂ ਆਪ ਪੈਸੇ ਦਿੰਦੇ ਹਾਂ, ਕੰਟਰੀਬਿਊਟ ਕਰਦੇ ਹਾਂ। ਲੇਕਿਨ ਸਾਡੇ ਕੋਲ 80G ਜਿਵੇਂ ਰਿਲੀਫ ਬੈਨੀਫਿਟ ਦਾ ਜਿਹੜਾ ਇਨਕਮ ਟੈਕਸ ਦੇ ਵਿੱਚ ਹੈਗਾ ਉਹ ਲਿਆ ਹੈ। ਅਗਰ ਕੋਈ ਸਾਨੂੰ ਡੋਨੇਸ਼ਨ ਦੇਣਾ ਚਾਹੇ ਉਹ ਦਿੰਦਾ ਹੈ, ਬਹੁਤ ਘੱਟ ਡੋਨੇਸ਼ਨ ਆਉਂਦੀਆਂ, ਅਸੀਂ ਕਦੇ ਜ਼ਿਆਦਾ ਰੱਖਿਆ ਵੀ ਨਹੀਂ, ਪਰ ਜਿਹੜੀਆਂ ਆਉਂਦੀਆਂ ਨੇ ਵੈਲਕਮ, ਤੇ ਉਹ ਸਾਡੇ ਸਹਾਈ ਹੁੰਦੇ ਨੇ, ਅਸੀਂ ਉਹਨਾਂ ਨੂੰ ਯੂਟੀਲਾਈਜ਼ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਲਈ। ਨਹੀਂ ਤਾਂ ਜਿਹੜੇ ਟਰਸਟੀ ਨੇ ਔਰ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੇ ਆਪਣਾ 10ਵਾਂ ਕੱਢਣਾ ਹੁੰਦਾ ਹੈ, ਉਹਦੇ ਨਾਲ ਸਾਡਾ ਕੰਮ ਚੱਲਦਾ ਰਹਿੰਦਾ ਹੈ ਤੇ ਕੋਈ ਦਿੱਕਤ ਨਹੀਂ ਆਉਂਦੀ। ਹਾਂ, ਜੇ ਅਸੀਂ ਪੰਜਾਬ ਨੂੰ ਨੰਬਰ 1 ਸਟੇਟ ਬਣਾਉਣਾ ਹੈ, ਇਹੋ ਜਿਹਾ ਕੋਈ ਵੱਡਾ ਪ੍ਰੋਜੈਕਟ ਕਰਨਾ ਚਾਹੁੰਦੇ ਹਾਂ, ਉਹਦੇ ਲਈ ਅਸੀਂ ਲੋਕਾਂ ਦੀ ਸਹਾਇਤਾ ਮੰਗੀ ਹੈ, ਗਰੁੱਪ ਬਣਾਏ ਨੇ। ਇਸ ਕਰਕੇ ਬਣਾਏ ਨੇ ਕਿਉਂਕਿ ਇਹਦੀ ਸੰਸਥਾ ਦਾ ਇਹ ਰੋਲ ਨਹੀਂ ਹੈ ਕਿ ਵੀ ਉਹ ਫਾਈਨੈਂਸ ਵੱਲੋਂ ਤੋਂ ਲੈਣਾ ਹੈ। ਅਸੀਂ ਤੇ ਜਿਹੜਾ ਵੀ ਬੈਨੀਫੈਕਟਰ ਹੋਏਗਾ ਜਾਂ ਜਿਹੜਾ ਬੈਨੀਫਿਸ਼ਰੀ ਹੋਏਗਾ ਜਿਹਨੂੰ ਅਸੀਂ ਉਹਨਾਂ ਨੂੰ ਅਸੀਂ ਡਾਇਰੈਕਟ ਮਿਲਾਣਾ ਹੈ, ਮਿਲਾ ਕੇ ਉਹਦੀ ਜੈਨੂਇਨਨੈਸ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਕੇਸ ਪੁੱਟ ਅਪ ਕਰਾ ਦੇਣਾ ਹੈ ਕਿ ਇਹ ਬੰਦੇ ਦੀ ਸਹਾਇਤਾ ਜ਼ਰੂਰੀ ਹੈ, ਉਹ ਕਰਨ ਜੀ। ਔਰ ਇਹਦਾ ਜਿਹੜੀ ਗਾਈਡੈਂਸ ਦੀ ਗੱਲ ਹੈ, ਹੁਣ ਬੱਚਿਆਂ ਨੂੰ ਟ੍ਰੇਨਿੰਗ ਨਹੀਂ ਮਿਲਦੀ ਤਾਂ ਉਹਨਾਂ ਨੂੰ ਕੀ IAS ਕਿੱਥੇ ਹੁੰਦਾ ਹੈ ਔਰ ਕੀ ਹੁੰਦਾ ਹੈ, ਬੈਂਕਾਂ ਦੀ ਕੀ ਨੌਕਰੀਆਂ ਨੇ, ਆਰਮੀ ਦੀ ਕੀ ਜੋਬ ਨੇ, NDA ਦੀ ਕੰਪੀਟੀਸ਼ਨ ਜਾਣਾ ਹੈ, ਉਹਨਾਂ ਨੂੰ ਟ੍ਰੇਨਿੰਗ ਦੇਣ ਲਈ, ਉਹਨਾਂ ਨੂੰ ਅਵੇਅਰਨੈਸ ਕਰਨ ਲਈ ਅਸੀਂ ਇਹ ਗਰੁੱਪ ਬਣਾਇਆ ਹੈ ਜਿਹੜਾ ਕਿ ਬੱਚਿਆਂ ਨੂੰ ਜਾ ਕੇ ਅਵੇਅਰ ਕਰੇ, ਟ੍ਰੇਨਿੰਗ ਦਵਾਏ। ਔਰ ਅਗਰ ਕੋਈ ਬੱਚਾ ਸਮਰੱਥ ਹੈ ਪਰ ਉਹ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਉਹਦੀ ਟ੍ਰੇਨਿੰਗ ਦੇ ਵਿੱਚ ਫਾਈਨੈਂਸ਼ੀਅਲ ਹੈਲਪ ਵੀ ਕਰੀਏ। ਤਾਂ ਬਹੁਤ ਬਹੁਤ ਧੰਨਵਾਦ ਜੀ। ਜੇ ਅੱਜ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਬੱਚਿਆਂ ਨੂੰ ਸੰਭਾਲਣਾ, ਕਿਉਂਕਿ ਸਾਡੇ ਬੱਚੇ ਹੀ ਸਾਡੇ ਆਉਣ ਵਾਲੇ ਸਮੇਂ ਦਾ ਜਿਹੜਾ ਹੈਗਾ ਸਾਡੇ ਦੇਸ਼ ਦਾ ਭਵਿੱਖ ਨੇ, ਉਹਨਾਂ ਨੂੰ ਕੈਰੀਅਰ ਗਾਈਡੈਂਸ ਦੇਣੀ ਅਤੇ ਕੈਰੀਅਰ ਗਾਈਡੈਂਸ ਦੇ ਦੌਰਾਨ ਜਿਹੜੇ ਬੱਚੇ ਆਪਣੀਆਂ ਫੀਸਾਂ ਨਹੀਂ ਭਰ ਸਕਦੇ ਉਹਨਾਂ ਨੂੰ ਵੀ ਮਦਦ ਦੇਣਾ ਅਤੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਨੰਬਰ 1 ਦਾ ਸੂਬਾ ਬਣਾਉਣ ਦਾ ਸੁਪਨਾ ਇਹਨਾਂ ਵੱਲੋਂ ਦੇਖਿਆ ਗਿਆ ਹੈ, ਸ਼ਾਲਾ ਉਸ ਸੁਪਨੇ ਨੂੰ ਬੂਰ ਪਵੇ। ਇਹਨਾਂ ਦੁਆਵਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਅਸੀਂ ਇਜਾਜ਼ਤ ਲਵਾਂਗੇ। ਮੇਰੇ ਨਾਲ ਸਰਦਾਰ ਸੁਰਿੰਦਰਜੀਤ ਸਿੰਘ ਪੌਲ ਜੀ ਤੇ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਵੀ ਦੇਖਣਾ ਪ੍ਰੋਗਰਾਮ ਆਓ। ਧੰਨਵਾਦ।